ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਪਿਛਲੇ ਦਿਨੀ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ ਅਤੇ ਉਹਨਾਂ ਦੀ ਲਾਸਾਨੀ ਸ਼ਹੀਦੀ ਦੇ ਬਾਰੇ ਵਿਚਾਰ ਕੀਤੀ, ਇਤਿਹਾਸ ਵਿੱਚੋਂ ਦਰਸ਼ਨ ਕੀਤੇ। ਪਰ ਇੱਕ ਗੱਲ ਬਹੁਤ ਵਿਚਾਰਨਯੋਗ ਹੈ ਕਿ ਸ਼ਹੀਦੀਆਂ ਦੀ ਇਤਿਹਾਸ ਦੀ ਨੀਂਹ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰੱਖੀ ਸੀ, ਉਹ ਅੱਗੇ ਤੋਂ ਅੱਗੇ ਉਹ ਸ਼ਹੀਦੀਆਂ ਦਾ ਸਿਲਸਿਲਾ ਕਦੀ ਖਤਮ ਨਹੀਂ ਹੋਇਆ, ਅੱਜ ਤੱਕ ਖਤਮ ਨਹੀਂ ਹੋਇਆ। ਉਸ ਤੋਂ ਬਾਅਦ ਕਿਤਨੀਆਂ ਹੀ ਸ਼ਹੀਦੀਆਂ ਹੋਈਆਂ ਧਰਮ ਦੇ ਵਾਸਤੇ, ਔਰ ਉਹਨਾਂ ਸ਼ਹੀਦੀਆਂ ਦੇ ਰੂਪ ਬਦਲਦੇ ਗਏ, ਸਜ਼ਾਵਾਂ ਬਦਲਦੀਆਂ ਗਈਆਂ। ਐਸੀਆਂ ਸਜ਼ਾਵਾਂ ਜਿਹੜੀਆਂ ਕਦੀ ਕਿਸੇ ਨੇ ਦੁਨੀਆ 'ਤੇ ਸੁਣੀਆਂ ਹੀ ਨਹੀਂ ਸੀ। ਸਭ ਤੋਂ ਪਹਿਲੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤਸੀਹੇ, ਜਿਹੜੇ ਪਿਛਲੀ ਵਾਰੀ ਅਸੀਂ ਵਿਚਾਰਿਆ ਸੀ, ਤਵੀ 'ਤੇ ਬਿਠਾਉਣਾ, ਬੋਲਦੀ ਦੇਗ ਵਿੱਚ ਉਬਾਲਣਾ, ਸਿਰ ਦੇ ਉੱਤੇ ਤੱਤੀ ਰੇਤ ਪਾਣੀ। ਸੋ ਇਹ ਇਸ ਤਰੀਕੇ ਨਾਲ ਅੱਗੋਂ ਹੋਰ ਜਿਹੜੀਆਂ ਸ਼ਹੀਦੀਆਂ ਹੋਈਆਂ ਉਹਨਾਂ ਦੇ ਵੀ ਰੂਪ ਬਦਲਦੇ ਹੀ ਗਏ। ਅਸੀਂ ਹਰ ਰੋਜ਼ ਦਿਨ ਵਿੱਚ ਕਿਤਨੀ ਹੀ ਵਾਰੀ ਔਰ ਸੰਸਾਰ ਵਿੱਚ ਕਰੋੜਾਂ ਹੀ ਲੋਕ ਉਹਨਾਂ ਸ਼ਹੀਦੀਆਂ ਨੂੰ ਯਾਦ ਕਰਦੇ ਨੇ। ਅਰਦਾਸ ਦੇ ਵਿੱਚ ਅਸੀਂ ਰੋਜ਼ ਕਹਿੰਦੇ ਹਾਂ, ਉਹਨਾਂ ਸਿੰਘਾਂ ਜਿਨ੍ਹਾਂ ਨੇ ਧਰਮ ਭੇਦ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਉਤਰਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਅਤੇ ਧਰਮ ਲਈ ਗੁਰਦੁਆਰਿਆਂ ਦੀ ਸੇਵਾ ਲਈ ਸ਼ਹੀਦੀਆਂ ਪਾਈਆਂ, ਸਿੱਖੀ ਸਿਦਕ ਕੇਸਾਂ ਸਵਾਸਾ ਸੰਗ ਨਿਭਾਇਆ। ਸੋ ਇਹ ਉਹਨਾਂ ਸਾਰਿਆਂ ਨੂੰ ਅਸੀਂ ਯਾਦ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਅਸੀਂ ਕਿਉਂ ਯਾਦ ਕਰਦੇ ਹਾਂ? ਕਿਉਂਕਿ ਇਸ ਤਰ੍ਹਾਂ ਦੀਆਂ ਸ਼ਹੀਦੀਆਂ ਦੁਨੀਆ ਦੇ ਇਤਿਹਾਸ ਵਿੱਚ ਇਤਨੀਆਂ ਔਰ ਇਸ ਕਿਸਮ ਦੀਆਂ ਸ਼ਹੀਦੀਆਂ ਕਿਤੇ ਨਹੀਂ ਪਾਈਆਂ ਜਾਂਦੀਆਂ। ਹਰ ਵਾਰੀ ਦੇਖੋ ਸ਼ਹੀਦੀ ਦਾ ਰੂਪ ਬਦਲਦਾ ਗਿਆ। ਇੱਕ ਬੰਦੇ ਨੂੰ ਅਗਰ ਮਾਰਨਾ ਹੀ ਹੈ, ਉਸ ਨੂੰ ਗੋਲੀ ਮਾਰੀ ਜਾ ਸਕਦੀ ਹੈ, ਉਸ ਨੂੰ ਤਲਵਾਰ ਨਾਲ ਉਹਦਾ ਸਿਰ ਅਲੱਗ ਕੀਤਾ ਜਾ ਸਕਦਾ ਹੈ, ਉਸ ਨੂੰ ਦਰਿਆ ਵਿੱਚ ਸੁੱਟਿਆ ਜਾ ਸਕਦਾ ਹੈ, ਉਸ ਨੂੰ ਪਹਾੜੀ ਤੋਂ ਥੱਲੇ ਸੁੱਟਿਆ ਜਾ ਸਕਦਾ ਹੈ, ਖੂਹ ਵਿੱਚ ਸੁੱਟਿਆ ਜਾ ਸਕਦਾ ਹੈ। ਲੇਕਿਨ ਬੰਦ ਕਟਾਏ, ਇੱਕ ਬੰਦ ਕੱਟ ਕੇ ਸ਼ਹੀਦੀ ਕਰਨੀ, ਬੰਦ ਕਟਾਏ, ਖੋਪਰੀਆਂ ਉਤਰਵਾਈਆਂ, ਖੋਪਰੀ ਉਤਾਰਨੀ, ਖੋਪਰੀ ਬੰਦ ਕਟਾਏ, ਖੋਪਰੀਆਂ ਉਤਰਵਾਈਆਂ, ਆਰਿਆਂ ਨਾਲ ਚੜਾਏ ਗਏ, ਚਰਖੜੀਆਂ 'ਤੇ ਚੜਾਏ ਗਏ। ਕਿਤਨੀਆਂ ਅਜੀਬ ਸਜ਼ਾਵਾਂ ਜਿਹੜੀਆਂ ਉਹ ਸਿੱਖਾਂ ਨੂੰ ਦਿੱਤੀਆਂ ਗਈਆਂ। ਜਿਉਂ ਅਸੀਂ ਪੜ੍ਹਦੇ ਹਾਂ ਇਤਿਹਾਸ ਨੂੰ, ਜਿਉਂ ਵਿਚਾਰਦੇ ਹਾਂ, ਸਾਡੇ ਰੋਂਗਟੇ ਖੜ੍ਹੇ ਹੋ ਜਾਂਦੇ ਨੇ। ਔਰ ਉਹਨਾਂ ਸ਼ਹੀਦਾਂ ਨੂੰ ਹਰ ਰੋਜ਼ ਅਸੀਂ ਅਰਦਾਸ ਦੇ ਵਿੱਚ ਨਮਸਕਾਰ ਕਰਦੇ ਹਾਂ। ਸੋ ਉਹਨਾਂ ਦੇ ਵਿੱਚੋਂ ਅੱਜ ਮੇਰੀ ਨਜ਼ਰ ਵਿੱਚ ਚਰਖੜੀਆਂ 'ਤੇ ਚੜ੍ਹੇ ਵਾਲੇ ਸਿੰਘ, ਉਹਨਾਂ ਦੀ ਗੱਲ ਜਿਹੜੀ ਹੈ, ਉਹਨਾਂ ਦੀ ਗਾਥਾ ਸਾਹਮਣੇ ਯਾਦ ਆ ਗਈ ਹੈ, ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਸੋ ਚਰਖੜੀਆਂ 'ਤੇ ਚੜ੍ਹੇ ਕੌਣ ਸਨ? ਦੋ ਸ਼ਹੀਦ, ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ। ਭਾਈ ਸੁਬੇਗ ਸਿੰਘ ਅਤੇ ਭਾਈ ਸ਼ਾਹਬਾਜ਼ ਸਿੰਘ ਜਿਹੜੇ ਕਿ ਪਿਓ ਪੁੱਤਰ ਸਨ। ਸੋ ਇਤਿਹਾਸ ਦੀ ਗੱਲ ਜਿਹੜੀ ਮੈਂ ਸ਼ੁਰੂ ਕਰਨ ਲੱਗੀ ਹਾਂ, ਉਹ ਸ਼ੁਰੂ ਕਰਾਂਗੀ ਸ਼ਹੀਦ ਭਾਈ ਤਾਰੂ ਸਿੰਘ ਜੀ ਤੋਂ, ਕਿ ਭਾਈ ਤਾਰੂ ਸਿੰਘ ਦੀ ਖੋਪੜੀ ਨੂੰ ਉਤਾਰਨ ਦੀ ਸਜ਼ਾ ਜਿਹੜੀ ਸੀ ਉਹ ਕਿਸ ਨੇ ਦਿੱਤੀ ਸੀ? ਜ਼ਕਰੀਆ ਖਾਨ ਨੇ। ਉਹ ਜ਼ਕਰੀਆ ਖਾਨ ਨੇ ਦਿੱਤੀ ਸੀ। ਲੇਕਿਨ ਯਾਦ ਹੋਏਗਾ, ਜਦੋਂ ਅਸੀਂ ਸ਼ਹੀਦੀ ਦੀ ਗੱਲ ਕਰਦੇ ਹਾਂ ਭਾਈ ਤਾਰੂ ਸਿੰਘ ਦੀ, ਅਤੇ ਫਿਰ ਨਾਲ ਇਹ ਵੀ ਗੱਲ ਜ਼ਿਕਰ ਜ਼ਰੂਰ ਆਉਂਦਾ ਹੈ ਕਿ ਉਸ ਜ਼ਕਰੀਆ ਖਾਨ ਦਾ ਪਿਸ਼ਾਬ ਬੰਦ ਹੋ ਗਿਆ ਅਤੇ ਫਿਰ ਕਿਸੇ ਗੁਰਸਿੱਖ ਦੇ ਕਹਿਣ 'ਤੇ ਆਪਣਾ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਉਸਦੇ ਸਿਰ 'ਚ ਮਾਰੀਆਂ ਗਈਆਂ, ਜਿਸ ਦੇ ਨਾਲ ਉਸਦਾ ਪਿਸ਼ਾਬ ਆਉਣਾ ਸ਼ੁਰੂ ਹੋਇਆ। ਲੇਕਿਨ ਫਿਰ ਵੀ 22 ਦਿਨਾਂ ਤੋਂ ਬਾਅਦ ਉਹ ਚਲਾਣਾ ਕਰ ਗਿਆ। ਅਤੇ ਭਾਈ ਤਾਰੂ ਸਿੰਘ ਜੀ ਨੇ ਆਪਣੀ ਜ਼ਬਾਨ ਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਸੀ, ਤੂੰ ਅੱਗੇ ਚੱਲੇਗਾ, ਮੈਂ ਤੇਰੇ ਪਿੱਛੇ ਚੱਲਾਂਗਾ। ਸੋ ਅਗਲੇ ਦਿਨ, ਦੂਸਰੇ ਦਿਨ ਉਹ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਗਈ, ਉਹਨਾਂ ਦੀ ਸ਼ਹੀਦੀ ਹੋ ਗਈ। ਸੋ ਇਹ ਗੱਲ ਮੈਂ ਇਸ ਵਾਸਤੇ ਸ਼ੁਰੂ ਕੀਤੀ ਹੈ ਕਿ ਉਹਨਾਂ ਦਾ ਆਪਸ ਵਿੱਚ ਫੈਸਲਾ ਕਰਵਾਉਣ ਵਾਲਾ ਕੌਣ ਸੀ? ਉਹ ਭਾਈ ਸੁਬੇਗ ਸਿੰਘ ਸੀ। ਭਾਈ ਸੁਬੇਗ ਸਿੰਘ ਕੌਣ ਸੀ? ਭਾਈ ਸੁਬੇਗ ਸਿੰਘ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਦਰਬਾਰੀ ਸੀ ਅਤੇ ਆਪਣੇ ਉੱਚੇ ਸੁੱਚੇ ਆਚਰਣ ਕਰਕੇ ਉਹ ਜ਼ਕਰੀਆ ਖਾਨ ਦਾ ਬਹੁਤ ਵਿਸ਼ਵਾਸ ਪਾਤਰ ਬਣ ਗਿਆ। ਹੁਣ ਜ਼ਕਰੀਆ ਖਾਨ ਸਿੱਖਾਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਸੀ। ਉਸਨੇ ਨਵਾਬੀ ਦਾ ਇੱਕ ਪੱਟਾ ਦੇ ਕੇ ਅਤੇ ਸੁਬੇਗ ਸਿੰਘ ਨੂੰ ਭੇਜਿਆ ਕਿ ਤੁਸੀਂ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਅਤੇ ਇਹ ਨਵਾਬੀ ਜਿਹੜੀ ਹੈ ਉਹ ਪੇਸ਼ ਕਰੋ। ਉਸ ਸੰਗਤ ਦੇ ਵਿੱਚ ਕੋਈ ਵੀ ਉਸ ਨਵਾਬੀ ਦੇ ਪੱਟੇ ਨੂੰ ਲੈਣ ਨੂੰ ਤਿਆਰ ਨਹੀਂ ਹੋਇਆ, ਕੋਈ ਨਵਾਬ ਬਣਨ ਨੂੰ ਤਿਆਰ ਹੀ ਨਹੀਂ ਹੋਇਆ। ਹਰ ਸਿੱਖ ਜਿਹੜਾ ਉਹ ਆਪਣੀ ਜਗ੍ਹਾ 'ਤੇ ਸੇਵਾ ਕਰਨਾ ਚਾਹੁੰਦਾ ਸੀ। ਆਖਿਰ ਉਹ ਨਵਾਬੀ ਕਿਸ ਨੂੰ ਮਿਲੀ? ਭਾਈ ਕਪੂਰ ਸਿੰਘ ਜੀ ਨੂੰ, ਜੋ ਘੋੜਿਆਂ ਦੇ ਤਬੇਲੇ ਵਿੱਚ ਲਿੱਦ ਚੁੱਕਣ ਦਾ ਸੇਵਾ ਕਰਦਾ ਸੀ। ਪਰ ਉਸਨੇ ਇੱਕ ਸ਼ਰਤ ਰੱਖੀ ਕਿ ਮੇਰੀ ਸੇਵਾ ਮੇਰੇ ਕੋਲੋਂ ਨਾ ਖੋਈ ਜਾਏ, ਸੇਵਾ ਮੈਂ ਇਸੇ ਤਰ੍ਹਾਂ ਕਰਦਾ ਰਹਾਂਗਾ, ਤਾਂ ਮੈਂ ਇਸ ਨਵਾਬੀ ਨੂੰ ਮੈਂ ਤਾਂ ਲੈਣ ਨੂੰ ਤਿਆਰ ਹੋਵਾਂਗਾ। ਖੈਰ, ਇਸ ਵਿੱਚ ਹੀ ਫਿਰ ਭਾਈ ਤਾਰੂ ਸਿੰਘ ਜੀ ਵਾਲੀ ਘਟਨਾ ਹੋ ਗਈ ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਬਾਅਦ ਹੁਣ ਜ਼ਕਰੀਆ ਖਾਨ ਦਾ ਪੁੱਤਰ ਯਹੀਆ ਖਾਨ ਗੱਦੀ 'ਤੇ ਬੈਠਾ। ਉਹ ਯਹੀਆ ਖਾਨ ਵੀ ਕੰਨਾਂ ਦਾ ਬੜਾ ਕੱਚਾ ਸੀ। ਕਿਸੇ ਨੇ ਬੜਾ ਭੜਕਾਇਆ ਸੁਬੇਗ ਸਿੰਘ ਦੇ ਬਾਰੇ, ਬਹੁਤ ਜ਼ਿਆਦਾ ਭੜਕਾਇਆ
कि सुबेग सिंह ने तेरे प्यो के सिर ते ਜਾਂ ਤਾਰੂ ਸਿੰਘ ਦੀਆਂ ਜੁੱਤੀਆਂ ਮਰਵਾਈਆਂ, ਤੂੰ ਜੇ ਜ਼ਿਆਦਾ ਇਸ ਨੂੰ ਸਿਰ ਤੇ ਚੜਾਇਆ ਤਾਂ ਇਹ ਸਿੱਖਾਂ ਵਿੱਚੋਂ ਸਿੱਖਾਂ ਦਾ ਨਾਲ ਹੀ ਹੈ ਔਰ ਇਹ ਰਾਜ ਤੇਰਾ ਸਿੱਖ ਖੋਹ ਲੈਣਗੇ। ਸੋ ਉਸ ਨੂੰ ਵੀ ਹੌਲੀ ਹੌਲੀ ਭੜਕਾ ਕੇ ਤੇ ਸੁਬੇਗ ਸਿੰਘ ਦੇ ਅਗੇਂਸਟ ਕਰ ਦਿੱਤਾ। ਉਸ ਨੂੰ ਕੈਦ ਕਰ ਦਿੱਤਾ ਗਿਆ। ਉਸ ਨੂੰ ਕਿਹਾ ਤੁਸੀਂ ਮੁਸਲਮਾਨ ਬਣ ਜਾਓ। ਪਰ ਉਹ ਬੜਾ ਪੱਕਾ ਸਿੱਖ ਸੀ, ਸਿੱਦਕੀ ਸਿੱਖ ਸੀ। ਉਹ ਬਿਲਕੁਲ ਇਸ ਗੱਲ ਵਾਸਤੇ ਮੰਨਿਆ ਨਹੀਂ। ਉਸ ਨੂੰ ਕਿਹਾ ਕਿ ਇਸ ਨੂੰ ਜੇਲ੍ਹ 'ਚ ਪਾ ਦਿਓ, ਜਦ ਤੱਕ ਨਹੀਂ ਮੰਨਦਾ ਤਦ ਤੱਕ ਇਸ ਨੂੰ ਜੇਲ੍ਹ ਅੰਦਰ ਕੈਦਖਾਨੇ 'ਚ ਪਾਇਆ ਜਾਏ। ਹੁਣ ਸੁਬੇਗ ਸਿੰਘ ਦਾ ਇੱਕ ਪੁੱਤਰ ਸੀ ਸ਼ਾਹ ਬੇਗ ਸਿੰਘ। ਸ਼ਾਹ ਬੇਗ ਸਿੰਘ ਲਾਹੌਰ ਵਿੱਚ ਇੱਕ ਮੌਲਵੀ ਕੋਲ ਪੜ੍ਹਦਾ ਸੀ। ਅੱਗੇ ਸਕੂਲ ਤਾਂ ਨਹੀਂ ਹੁੰਦੇ ਸੀ, ਮਦਰਸਿਆਂ ਵਿੱਚ ਮੌਲਵੀਆਂ ਕੋਲ ਬੱਚੇ ਜਿਹੜੇ ਸੀ ਪੜ੍ਹਦੇ ਸੀ। ਉਹ ਬੱਚਾ ਬੇਹੱਦ ਖੂਬਸੂਰਤ ਔਰ ਬਹੁਤ ਜ਼ਹੀਨ ਮਤਲਬ ਇੰਟੈਲੀਜੈਂਟ ਸੀ ਅਤੇ ਜਵਾਨ ਹੋਇਆ ਤਾਂ ਬਹੁਤ ਹੀ ਸੋਹਣਾ ਨਿਕਲਿਆ। ਹੁਣ ਮੌਲਵੀ ਦੀ ਨੀਅਤ ਜਿਹੜੀ ਸੀ ਉਹ ਬੰਦ ਹੋ ਗਈ। ਮੌਲਵੀ ਨੇ ਸੋਚਿਆ ਕਿ ਪਿਓ ਨੂੰ ਤਾਂ ਕੈਦ ਦੀ ਸਜ਼ਾ ਹੋਈ ਹੈ, ਉਸ ਨੂੰ ਤਾਂ ਰਾਜੇ ਨੇ ਮਾਰ ਹੀ ਦੇਣਾ, ਅਤੇ ਮੈਂ ਕਿਉਂ ਨਾ ਇਸ ਬੱਚੇ ਨੂੰ ਧੀ ਦੇ ਰਿਸ਼ਤੇ ਦਾ ਲਾਲਚ ਦੇ ਕੇ ਮੁਸਲਮਾਨ ਬਣਾ ਲਵਾਂ, ਅਤੇ ਇਹੋ ਜਿਹਾ ਮੁੰਡਾ ਮੈਨੂੰ ਹੋਰ ਕਿੱਥੋਂ ਲੱਭੇਗਾ। ਉਸਨੇ ਬਹੁਤ ਸਮਝਾਇਆ, ਬਹੁਤ ਧਮਕੀਆਂ ਵੀ ਦਿੱਤੀਆਂ, ਪਰ ਉਹ ਪਿਓ ਵਰਗਾ ਹੀ ਪੱਕਾ ਸਿੱਖ ਸੀ। ਉਹ ਕਿਸੇ ਵੀ ਕੀਮਤ 'ਤੇ ਨਹੀਂ ਮੰਨਿਆ। ਹੁਣ ਗੁੱਸੇ 'ਚ ਆ ਗਿਆ ਮੌਲਵੀ ਨੇ ਗੁੱਸੇ 'ਚ ਆ ਕੇ ਪੁੱਤਰ ਨੂੰ ਵੀ ਪਕੜਵਾ ਦਿੱਤਾ। ਹੁਣ ਪਿਓ ਅਤੇ ਪੁੱਤਰ ਦੋਨੋਂ ਹੀ ਕੈਦ ਵਿੱਚ ਸਨ ਅਤੇ ਦੋਨਾਂ ਨੂੰ ਕੈਦ ਵੀ ਰੱਖਿਆ ਗਿਆ ਸੀ। ਅਤੇ ਕੈਦ ਕਰਨ ਜਿਹੜਾ ਸੀ ਉਹ ਕੌਣ ਸੀ? ਉਹ ਯਹੀਆ ਖਾਨ ਆਪਣੇ ਪਿਓ ਤੋਂ ਵੀ ਜ਼ਿਆਦਾ ਜ਼ੁਲਮੀ ਸੀ। ਉਹਨੇ ਕਿਹਾ ਦੋਨੋਂ ਪਿਓ ਪੁੱਤਰਾਂ ਨੂੰ ਕੈਦ ਵੀ ਰੱਖਿਆ ਜਾਏ, ਪਰ ਅਲੱਗ ਰੱਖਿਆ ਜਾਏ ਅਤੇ ਇੱਕ ਦੂਸਰੇ ਨਾਲ ਮਿਲਣ ਨਾ ਦਿੱਤਾ ਜਾਏ। ਇੱਕੋ ਕੈਦ ਵਿੱਚ ਸਨ, ਦੋਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਪਰ ਸ਼ਰਤ ਇੱਕੋ ਹੀ ਸੀ, ਕਿਉਂਕਿ ਸੁਬੇਗ ਸਿੰਘ ਵੀ ਬਹੁਤ ਹੀ ਹੁਸ਼ਿਆਰ ਬੰਦਾ ਸੀ ਔਰ ਸ਼ਾਹ ਬੇਗ ਸਿੰਘ ਇਤਨਾ ਇੰਟੈਲੀਜੈਂਟ ਸੀ ਕਿ ਉਹ ਇਹ ਚਾਹੁੰਦੇ ਸਨ ਕਿ ਇਹ ਦੋਨੋਂ ਸਾਡੇ ਧਰਮ ਵਿੱਚ ਆ ਜਾਣ ਅਤੇ ਸਾਨੂੰ ਇਹਨਾਂ ਦਾ ਬਹੁਤ ਫਾਇਦਾ ਹੋਏਗਾ। ਪਰ ਉਹ ਇਤਨੇ ਸਿੱਦਕੀ ਸਿੱਖ ਸਨ ਕਿ ਉਹ ਕਿਸੇ ਕੀਮਤ 'ਤੇ ਵੀ ਇਸ ਗੱਲ ਨੂੰ ਮਨਜ਼ੂਰ ਕਰਨ ਵਾਸਤੇ ਤਿਆਰ ਨਹੀਂ ਹੋਏ। ਹੁਣ ਉਹ ਇੱਕੋ ਜੇਲ੍ਹ ਵਿੱਚ ਦੋਨੋਂ ਪਿਓ ਪੁੱਤਰ ਬੈਠੇ ਨੇ। ਕਦੀ ਸੋਚੋ, ਅਲੱਗ ਸੈੱਲ, ਜੇਲ੍ਹ ਦੇ ਵਿੱਚ ਸੈੱਲ ਹੁੰਦੇ ਨੇ, ਅਲੱਗ ਸੈੱਲ ਵਿੱਚ ਦੋਨੋਂ ਨੇ, ਜਿਨ੍ਹਾਂ 'ਚ ਕੋਈ ਖਿੜਕੀ ਨਹੀਂ, ਕੋਈ ਦਰਵਾਜ਼ਾ ਨਹੀਂ, ਕੋਈ ਆਪਸ ਵਿੱਚ ਗੱਲ ਨਹੀਂ ਹੋ ਸਕਦੀ, ਕੋਈ ਇੱਕ ਦੂਜੇ ਦੀ ਸ਼ਕਲ ਦਿਖਾਈ ਨਹੀਂ ਦੇ ਸਕਦੀ। ਸੋ ਪਿਓ ਪੁੱਤਰ ਅਲੱਗ ਸੈੱਲ ਦੇ ਵਿੱਚ ਜੇਲ੍ਹ ਬੈਠੇ ਨੇ ਔਰ ਕੁਝ ਕਰ ਨਹੀਂ ਸਕਦੇ। ਅੰਦਰ ਬੈਠੇ ਵੀ ਨਾਮ ਜਪ ਰਹੇ ਨੇ, ਗੁਰਬਾਣੀ ਪੜ੍ਹ ਰਹੇ ਨੇ, ਨਿਤਨੇਮ ਕਰ ਰਹੇ ਨੇ ਔਰ ਆਪਣੇ ਧਰਮ ਦੇ ਵਿੱਚ ਬਿਲਕੁਲ ਪੱਕੇ, ਜ਼ਰਾ ਵੀ ਨਹੀਂ ਡੋਲੇ। ਹੁਣ ਉਹਨਾਂ ਨੇ ਇੱਕ ਹੋਰ ਚਾਲ ਚੱਲੀ ਕਿ ਪੁੱਤਰ ਨੂੰ ਬਹੁਤ ਧਮਕਾਇਆ, ਜੇ ਫਿਰ ਵੀ ਨਹੀਂ ਮੰਨਿਆ ਅਤੇ ਉਹਨਾਂ ਨੇ ਕੀ ਕੀਤਾ ਕਿ ਰੋਟੀ ਦੇ ਵਿੱਚ ਨਸ਼ੇ ਵਾਲੀਆਂ ਚੀਜ਼ਾਂ ਪਾ ਕੇ ਅਤੇ ਉਸਦੇ ਕੋਲੋਂ ਇਹ ਅਖਵਾ ਲਿਆ ਕਿ ਮੈਂ ਰਾਜ਼ੀ ਹਾਂ, ਜੋ ਤੁਸੀਂ ਕਰੋਗੇ ਮੈਂ ਜੋ ਤੁਸੀਂ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ। ਔਰ ਇਹ ਗੱਲ ਉੱਚੀ ਉਹਦੇ ਕੋਲ ਅਖਵਾਈ, ਕਿਉਂ ਭਾਈ ਤੂੰ ਤਿਆਰ ਹੈ? ਉਹ ਕਹਿੰਦਾ ਹਾਂ, ਮੈਂ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਔਰ ਇਹ ਜਾਣ ਕੇ ਉਸ ਪੁੱਤਰ ਨੂੰ ਪਿਓ ਦੇ ਵਾਲੇ ਸੈੱਲ ਦੇ ਬਾਹਰ ਲਿਆ ਕੇ ਫਿਰ ਉਸ ਨੂੰ ਧਮਕਾ ਕੇ ਇਹੀ ਗੱਲ ਉਹਦੇ ਕੋਲ ਅਖਵਾਈ ਗਈ ਔਰ ਕਿ ਮੈਂ ਜੋ ਤੁਸੀਂ ਕਰੋਗੇ ਮੈਂ ਮੰਨਣ ਨੂੰ ਤਿਆਰ ਹਾਂ। ਅਸਲ ਗੱਲ ਕੀ ਸੀ ਕਿ ਉਸ ਨੂੰ ਰੋਟੀ ਦੇ ਵਿੱਚ ਨਸ਼ੇ ਦੀਆਂ ਚੀਜ਼ਾਂ ਪਾ ਕੇ ਦਿੱਤੀਆਂ ਸੀ, ਜਿਸ ਦੇ ਨਾਲ ਉਹੀ ਕੁਝ ਬੋਲਦਾ ਸੀ ਜੋ ਕੁਝ ਉਹਨੂੰ ਬੁਲਵਾਇਆ ਜਾਂਦਾ ਸੀ। ਹੁਣ ਜਦੋਂ ਆਵਾਜ਼ ਪਿਓ ਨੇ ਸੁਣੀ, ਪਿਓ ਕੌਣ ਸੀ? ਸੁਬੇਗ ਸਿੰਘ ਨੇ ਜੇਲ੍ਹ ਵਿੱਚ ਬੈਠਿਆ ਜਦੋਂ ਪੁੱਤਰ ਦੀ ਆਵਾਜ਼ ਸੁਣੀ, ਇਤਨਾ ਪਰੇਸ਼ਾਨ ਹੋਇਆ, ਬਹੁਤ ਹੀ ਪਰੇਸ਼ਾਨ ਹੋਇਆ ਕਿ ਇਹ ਕੀ ਬਣਿਆ, ਇਹ ਸਾਡੇ ਨਾਲ ਕੀ ਬਣਿਆ। ਜੇ ਮੇਰਾ ਪੁੱਤਰ ਗੁਰੂ ਤੋਂ ਬੇਮੁਖ ਹੋ ਗਿਆ ਅਤੇ ਸਾਡਾ ਤਾਂ ਜਨਮ ਜਿਹੜਾ ਵਿਅਰਥ ਹੋ ਜਾਏਗਾ। ਮੈਂ ਬੱਚੇ ਨੂੰ ਇਤਨੇ ਗੁਰਸਿੱਖੀ ਦੇ ਨਿਯਮ ਦੇ ਹਿਸਾਬ ਨਾਲ ਪਾਲਿਆ, ਗੁਰੂ ਮਹਾਰਾਜ ਦੀ ਸਿੱਖੀ ਅੰਮ੍ਰਿਤਧਾਰੀ ਸਿੰਘ ਸੀ, ਔਰ ਇਹ ਬੱਚਾ ਅਗਰ ਇਸ ਤਰ੍ਹਾਂ ਆਪਣਾ ਧਰਮ ਛੱਡ ਜਾਏਗਾ ਤਾਂ ਮੇਰੇ ਵਾਸਤੇ ਤਾਂ ਬਹੁਤ ਹੀ ਸ਼ਰਮ ਦੀ ਗੱਲ ਹੈ। ਉਹ ਵਿਚਾਰਾ ਇਤਨਾ ਪਰੇਸ਼ਾਨ, ਬਹੁਤ ਹੀ ਜ਼ਿਆਦਾ ਪਰੇਸ਼ਾਨ ਹੈ, ਪਰ ਉਹ ਕਰੇ ਕੀ? ਬਾਹਰ ਜਾ ਨਹੀਂ ਸਕਦਾ, ਪੁੱਤਰ ਨੂੰ ਮਿਲ ਨਹੀਂ ਸਕਦਾ, ਉਸ ਨੂੰ ਕੁਝ ਸਮਝਾ ਨਹੀਂ ਸਕਦਾ, ਉਸ ਨੂੰ ਗੁਰੂ ਸਾਹਿਬ ਨੂੰ ਦੀ ਯਾਦ ਨਹੀਂ ਦਿਲਾ ਸਕਦਾ, ਉਸ ਨੂੰ ਬਾਰ ਇਹ ਕਹਿ ਨਹੀਂ ਸਕਦਾ ਤੂੰ ਕਿਸ ਦਾ ਪੁੱਤਰ ਹੈ, ਤੂੰ ਗੁਰਸਿੱਖ ਹੈ, ਤੂੰ ਕਿਉਂ ਇਹ ਗੱਲ ਕਹਿ ਰਿਹਾ। ਪਰ ਉਸ ਨੂੰ ਸੁਬੇਗ ਸਿੰਘ ਨੂੰ ਇਹ ਨਹੀਂ ਪਤਾ ਸੀ ਕਿ ਉਹ ਤਾਂ ਨਸ਼ੇ ਦੇ ਜ਼ੋਰ ਵਿੱਚ, ਨਸ਼ੇ ਦੇ ਕਰਕੇ ਹੀ ਇਹ ਗੱਲ ਕਹਿ ਰਿਹਾ ਸੀ, ਦਿਲੋਂ ਨਹੀਂ ਕਹਿ ਰਿਹਾ ਸੀ। ਇਸ ਗੱਲ ਦਾ ਪਿਓ ਨੂੰ ਨਹੀਂ ਪਤਾ, ਪਰ ਪਿਓ ਪਰੇਸ਼ਾਨ ਹੋ ਰਿਹਾ ਕਿਉਂਕਿ ਆਵਾਜ਼ ਤੇ ਪੁੱਤਰ ਦੀ ਹੈ ਔਰ ਉਹ ਕਹੀ ਜਾ ਰਿਹਾ ਬਾਹਰ ਜੋ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ। ਸੋ ਬਹੁਤ ਜ਼ਿਆਦਾ ਪਰੇਸ਼ਾਨ ਹੋਇਆ। ਖੈਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਪਹਿਲੇ ਪਿਓ ਨੂੰ ਸਜ਼ਾ ਦਿੱਤੀ ਜਾਏ, ਪਹਿਲੇ ਪਿਓ ਨੂੰ ਮਾਰਿਆ ਜਾਏ ਅਤੇ ਉਸ ਤੋਂ ਬਾਅਦ ਪੁੱਤਰ ਨੂੰ ਮਾਰਿਆ ਜਾਏ। ਪੁੱਤਰ ਦੇ ਸਾਹਮਣੇ ਪਿਓ ਨੂੰ ਮਾਰਾਂਗੇ ਅਤੇ ਪੁੱਤਰ ਆਪਣੇ ਆਪ ਡੋਲ ਜਾਏਗਾ। ਹੁਣ ਪਿਓ ਨੂੰ ਮਾਰਨ ਵਾਸਤੇ ਜਦੋਂ ਲਿਆਂਦਾ ਗਿਆ, ਬਾਹਰ ਸੈੱਲ ਤੋਂ ਬਾਹਰ ਲਿਆਂਦਾ ਗਿਆ ਕਿ ਇਸ ਨੂੰ ਮਾਰ ਦਿੱਤਾ ਜਾਏ। ਕਿਸ ਤਰੀਕੇ ਨਾਲ ਮਾਰਿਆ ਜਾਏ ਇਹ ਅਜੇ ਫੈਸਲਾ ਨਹੀਂ ਹੋਇਆ ਸੀ, ਲੇਕਿਨ ਕਾਨੂੰਨ ਦੇ ਹਿਸਾਬ ਨਾਲ ਇੱਕ ਗੱਲ ਜਿਹੜੀ ਕਿ ਫਾਂਸੀ ਦੇਣ ਤੋਂ ਪਹਿਲੇ ਵੀ ਪੁੱਛੀ ਜਾਂਦੀ ਹੈ ਕਿ ਤੇਰੀ ਕੋਈ ਆਖਰੀ ਇੱਛਾ ਹੋਏ ਅਤੇ ਉਹ ਤੂੰ ਦੱਸ ਦੇ। ਸੋ ਉਸ ਨੂੰ ਵੀ ਇਹ ਪੁੱਛਿਆ ਗਿਆ
कि कोई आखिरी इच्छा होवे तो वो दस दो। हुण उसके मन की आखिरी इच्छा तो यही सी कि मेरा पुत्र धर्म तो ना डोले, पर वो उन्होंने मुसलमानों के ते ये गल जी उन्होंने कन्ना तो जूं ही नहीं लैंदी सी। सो अपने मन में अरदासा करी जा रहा है, गुरु साहब के सामने अरदासा करी जाए, महाराज कोई करिश्मा दिखाओ, कोई ऐसा कर्म ऐसा दिखाओ मेरा पुत्र अपने धर्म तो ना डोले, जान भावें चली जाए, मार बेशक उन्होंने देन लेकिन अपना धर्म ना छड्डे। उसनूं की सुझिया, देखो कमाल की गल है, सुझिया कि उसके पैर में जी जुत्ती सी, सुबेग सिंह के पैर में जी जुत्ती सी, उसने जुत्ती उतारी तो जुत्ती नूं अगे रख के ये अरदास की कि मैं कई साल तैनूं पा के गुरु के दरबार च गया। जुत्ती नूं कहंदा है कि मैं कई साल तैनूं पा के गुरु के दरबार में गया, तेरे चरणों की तूड़ गुरु महाराज, मेरी जुत्ती ते संगत के चरणों की तूड़ पई हुई है, इस तूड़ की कोई करामात दिखाओ, इस तूड़ का कोई करिश्मा दिखाओ, मेरे बच्चे का धर्म वो बचाओ। सो उसे ये कह दिता कि मेरी आखिरी इच्छा, अरदास तो बाद जो पूछा गया कि तेरी आखिरी इच्छा की है, तो उसने ये कह दिता मेरी आखिरी इच्छा है कि मेरी जुत्ती लै जाओ तो मेरे पुत्र के सिर कस कस के 5 बारी मारो। उन्होंने ऐसा ही किया, जुत्तियां लै गए और बड़े जोर नाल कस कस के पुत्र के सिर च मारियां। हुण वो जुत्तियां मारन नाल की होया, महाराज ने करिश्मा वरताया, उसका नशा उतर गया, होश आ गई तो वो उस चरण तूड़ ने वाकई कितनी वड्डी करामात की। होश आई तो सोचने लग पे, ओहो मैं तो गुरु का सिख, मैं तो गुरु का सिख हाँ, ये मैं की कर रहा, जो ये कह रहे ने जालम मैं इन्होंने पिछे पिछे बोल रहा, मैं बहुत अपना जन्म जरा व्यर्थ गवा रहा। देखो उस चरण तूड़ की करामात कि उसनूं होश आ गई तो उसने गुरु को माफ़ी मंगी तो कहा कि मैं बिल्कुल तुहाडा धर्म मनण नूं तैयार नहीं हाँ, मैनूं जो सज़ा देनी है तुसीं वो दे दिओ। वो भी हैरान, सज़ावां देने वाले हैरान कि ये प्यो पुत्र किहड़ी मिट्टी दे बने हुए ने, किसी तरीके भी काबू नहीं आ रहे। खैर जो बिल्कुल वो नहीं मने तो उन्होंने वास्ते सज़ा की तजवीज़ की गई कि इन्हों चरखड़ी के उत्ते चाढ़िया जाए तो चरखड़ी नूं चला दिता जाए, तो उत्थों चरखड़ियाँ जिहड़ियां सन उन्हां दे किनारियां ते छुली वर्गी चीज़, तेज़ चाकू वर्गी चीज़ां किनारियां ते लगियां हुई सन। सो उसके उत्ते रस्सी नाल बन दिता जाए, जो चलाया जाएगा तो वो चलणगियां तो इन्हां दा खून जिहड़ा अपने आप निकलेगा तो ये मर जाएंगे। एक चरखड़ी प्यो वास्ते तो एक पुत्र वास्ते 2 चरखड़ियाँ बनवाइया गई। सो ये इतिहास में ये भी शहीदी का एक अपनी किस्म का पहला ही उदाहरण सी। हुण की होया, एक चरखड़ी उत्ते सुबेग सिंह, एक चरखड़ी के उत्ते शाहबाज सिंह नूं रस्सी लैके बन दिता गया और एक नज़र मिली, आपस में नज़र मिली तो वो सोचते एक बारी आग्या मंगी कि प्यो नूं मिलन दी, आग्या दी जाए। प्यो ने कहा मैनू मिल गए, मैं बच्चे नूं एक बारी गलवकड़ी पा के मिल तो लवां, पर आग्या नहीं मिली। पुत्र ने कहा कोई गल नहीं मिली, पर असी इक्को ही आमने सामने चरखड़ी ते असी चले हुए हाँ, असी बन्ने हुए हाँ। ज्यों ज्यों चरखड़ी के दंदे चलणगे खून गिरेगा जमीन उत्ते, खून दियां नदियां वहणगियां तो वह खून तक नूं गलवकड़ी पा सकेगा, खून नूं गलवकड़ी पाएगा, उसनूं तुसीं कदी अलग नहीं कर सकोगे। सो उन्हां दोनों ने बोले सो निहाल बोलिया, वाहिगुरू जी की फतेह बुलाई तो बोल के शहीद हो गए। और देखो उस खून दे विचों वो शहीद, वो खालसा पैदा होया जो कि हमेशा तो जुल्म का नाश करने वास्ते तैयार सी। सो जदों असीं इतिहास पढ़ते हैं, इन्हां शहीदां दीयां गल्लां करते हैं तो रोंगटे खड़े हो जाते हैं कि सज़ावां देण वालियां दे दिमाग भी कितने तेज़ सन, नवीआं तो नवीआं सज़ावां देंदे सन। ते धन सन गुरु दे सिख जिहड़े कि अपना धर्म नहीं छड्डदे सन, लेकिन ये सारियां सज़ावां जिहड़ियां भुगत जाते सन। सो शहीदां दा इतिहास इतना लंबा है और इतनी किस्म दी शहीदियां ने कि कई बहुत लंबा समा चाहिए उसनूं सुनाउण वास्ते। अज तक एक छोटी जी घटना मैं तुहाडे नाल साझी कीती है, मौका लगेगा तो फिर बाकी शहीदां दी गल भी असीं करांगे। लेकिन हर वारी की तरह एक बेनती मैं जरूर करांगी कि इहो जिहियां सारियां गल्लां प्लीज़ अपने बच्चों नूं जरूर दस्सिया करो। अपना साडा इन्ना वडमुला इतिहास शहीदियां दा भरिया होया, जे बच्चों नूं जाणू नहीं करावांगे तो बच्चों नूं पता ही नहीं लगेगा। साडा खजाना इन्ना अनमोल है, वो खजाना असीं संभाल के बैठे, असीं बच्चों नाल नहीं वंड रहे। सो मेरी इस बेनती नूं प्रवान करना जी। बाकी भुलां चुकां दी खिमा। अज इत्थे समाप्ति है। वाहिगुरू जी का खालसा, वाहिगुरू जी की फतेह।